वेलकम टू एक्सीलरेटर क्लासेस। जिवें कि असी लास्ट क्लास ਦੇ ਵਿੱਚ ਕਾਇਨਾਮੈਟਿਕਸ ਦੀਆਂ ਇਕੁਏਸ਼ਨਸ ਦੇਖ ਰਹੇ ਸੀ। ਅੱਜ ਅਸੀਂ ਕਾਇਨਾਮੈਟਿਕਸ ਦੀਆਂ ਇਕੁਏਸ਼ਨਸ ਦੇ ਨੂਮੈਰੀਕਲ ਦੇਖਾਂਗੇ ਤੇ ਸਿੱਖਾਂਗੇ ਉਹਨਾਂ ਨੂੰ ਅਸੀਂ ਪ੍ਰੈਕਟੀਕਲ ਰੂਪ ਵਿੱਚ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਕਾਇਨਾਮੈਟਿਕਸ ਦੇ ਵਿੱਚ ਫਾਰਮੂਲੇ ਬਣਾਏ ਸੀ। ਸਾਡੇ ਕੋਲ ਫਾਰਮੂਲਾ ਬਣਿਆ ਸੀ v = u + at ਤੇ ਸੈਕੰਡ ਫਾਰਮੂਲਾ ਸਾਡੇ ਕੋਲ ਬਣਿਆ ਸੀ s = ut + 1/2 at²। ਤੇ ਸਾਡੇ ਕੋਲ ਤੀਸਰਾ ਫਾਰਮੂਲਾ ਕੀ ਸੀ v² - u² = 2as। ਅਸੀਂ ਇਹਨਾਂ ਫਾਰਮੂਲਿਆਂ ਦੇ ਆਧਾਰ ਤੇ ਜਿਹੜੀਆਂ ਇਹਦੀਆਂ ਨੂਮੈਰੀਕਲ ਪ੍ਰੋਬਲਮਸ ਆ ਉਹਨਾਂ ਨੂੰ ਸੋਲਵ ਕਰਾਂਗੇ। ਤੇ ਸੋ ਅਸੀਂ ਸ਼ੁਰੂ ਕਰਦੇ ਹਾਂ ਇਹਨਾਂ ਨੂਮੈਰੀਕਲ ਪ੍ਰੋਬਲਮਸ ਨੂੰ। ਅਸੀਂ ਪਹਿਲੀ ਪ੍ਰੋਬਲਮ ਦੇਖਦੇ ਹਾਂ। ਇਹ ਬੱਸ ਇਜ਼ ਮੂਵਿੰਗ ਵਿਦ ਸਪੀਡ 10 मीटर पर सेकंड। एक बस 10 मीटर पर सेकंड के नाल मूव कर रही है। फाइंड इट्स स्पीड आफ्टर 10 सेकंड इफ एक्सेलरेशन 0.5 मीटर पर सेकंड²। ਕਿਸੇ ਵੀ ਨੂਮੈਰੀਕਲ ਨੂੰ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੁੰਦਾ ਵਾ, ਉਹਦਾ ਯੂਨਿਟ ਸਿਸਟਮ ਸੇਮ ਕਰਨਾ ਹੁੰਦਾ ਵਾ। ਜਾਂ ਤਾਂ ਅਸੀਂ SI ਯੂਨਿਟ ਲਵਾਂਗੇ ਤੇ ਜਾਂ ਅਸੀਂ CGS ਯੂਨਿਟ ਲਵਾਂਗੇ। ਮੇਰੇ ਕਹਿਣ ਦਾ ਮਤਲਬ ਆ ਕਿ ਜਿਵੇਂ ਇੱਥੇ 10 ਮੀਟਰ ਪਰ ਸੈਕਿੰਡ ਆ, ਇੱਥੇ ਗੱਲ ਹੋ ਰਹੀ ਆ ਮੀਟਰ ਪਰ ਸੈਕਿੰਡ ਦੀ, ਤੇ ਇੱਥੇ ਵੀ ਗੱਲ ਮੀਟਰ ਪਰ ਸੈਕਿੰਡ ਦੀ ਹੋ ਰਹੀ ਆ, ਇੱਥੇ ਸੈਕਿੰਡ ਦੀ ਗੱਲ ਹੋ ਰਹੀ ਆ। ਜਿਵੇਂ ਅਸੀਂ ਸਿੱਖਿਆ ਸੀ ਕਿ ਅਗਰ SI ਯੂਨਿਟ ਸਿਸਟਮ ਹੋਏਗਾ ਤੇ ਉਹਦੇ ਵਿੱਚ ਲੈਂਥ ਨੂੰ ਅਸੀਂ ਕੀ ਲੈਣਾ ਵਾ, ਮੀਟਰ ਲੈਣਾ ਵਾ, ਤੇ ਮਾਸ ਨੂੰ ਕਿਹਦੇ ਵਿੱਚ ਲੈਣਾ ਵਾ, kg ਦੇ ਵਿੱਚ ਲੈਣਾ ਵਾ, ਤੇ ਟਾਈਮ ਨੂੰ ਕਿਹਦੇ ਵਿੱਚ ਲੈਣਾ ਵਾ, ਸੈਕਿੰਡ ਦੇ ਵਿੱਚ ਲੈਣਾ। ਤੇ ਸਾਡੇ ਕੋਲੋਂ ਦੂਸਰਾ ਸਿਸਟਮ ਕਿਹੜਾ ਸੀ, CGS ਸਿਸਟਮ ਸੀ। CGS ਦੇ ਵਿੱਚ ਅਸੀਂ ਲੈਂਥ ਨੂੰ ਕਿਹਦੇ ਵਿੱਚ ਲੈਂਦੇ ਆ, ਸੈਂਟੀਮੀਟਰ ਵਿੱਚ ਲੈਂਦੇ ਆ, ਤੇ ਮਾਸ ਨੂੰ ਕਿਹਦੇ ਵਿੱਚ ਲੈਂਦੇ ਆ, ਗ੍ਰਾਮ ਦੇ ਵਿੱਚ ਲੈਂਦੇ ਆ, ਤੇ ਟਾਈਮ ਨੂੰ ਅਸੀਂ ਦੋਨਾਂ ਦੇ ਵਿੱਚ ਸੈਕਿੰਡ ਦੇ ਵਿੱਚ ਹੀ ਲੈਂਦੇ ਆ। ਸੋ ਮੇਰੇ ਕਹਿਣ ਦਾ ਮਤਲਬ ਆ ਕਿ ਜੋ ਨੂਮੈਰੀਕਲ ਦੇ ਵਿੱਚ ਸਾਨੂੰ ਇਹ ਅੰਕ ਦਿੱਤੇ ਹੋਏ ਆ ਉਹਨਾਂ ਦੇ ਨਾਲ ਕੀ ਆ, ਇਹਨਾਂ ਦੇ ਯੂਨਿਟ ਲੱਗੇ ਹੋਏ ਆ। ਅਸੀਂ ਉਹਨਾਂ ਨੂੰ ਇਸ ਸਿਸਟਮ ਦੇ ਵਿੱਚ ਰੱਖਣਾ ਵਾ, ਜਾਂ ਤੇ ਅਸੀਂ ਸਾਰੇ SI ਸਿਸਟਮ ਵਿੱਚ ਰੱਖਣੇ ਆ, ਜਾਂ ਸਾਰੇ ਕੀ ਆ CGS ਸਿਸਟਮ ਵਿੱਚ ਰੱਖਣੇ ਆ। ਤੇ ਇੱਥੇ ਸਾਡੇ ਕੋਲੋਂ ਕੀ ਆ, ਲੈਂਥ ਮੀਟਰ ਦੇ ਵਿੱਚ ਆ, ਇੱਥੇ ਵੀ ਲੈਂਥ ਮੀਟਰ ਦੇ ਵਿੱਚ ਵਾ, ਇੱਥੇ ਵੀ ਸੈਕਿੰਡ ਆ। ਸੋ ਜਿਹੜਾ ਸਾਰੇ ਯੂਨਿਟ ਆ ਇਹ ਕੀ ਆ, ਆਲਰੇਡੀ SI ਸਿਸਟਮ ਦੇ ਵਿੱਚ ਬਣੇ ਹੋਏ ਆ। ਤੇ ਅਸੀਂ ਪਹਿਲਾਂ ਲਿਖ ਲੈਂਦੇ ਆ ਕਿ ਸਾਨੂੰ ਗਿਵਨ ਕੀ ਆ। ਉਹਨੇ ਪੁੱਛਿਆ ਕਿ ਇੱਕ ਬੱਸ ਜਿਹੜੀ ਆ ਉਹ 10 ਮੀਟਰ ਪਰ ਸੈਕਿੰਡ ਦੇ ਨਾਲ ਮੂਵ ਕਰ ਰਹੀ ਆ, ਤੇ ਅਸੀਂ ਇੱਥੇ ਲਿਖ ਲਾਂਗੇ ਕਿ u ਕੀ ਆ, ਸਾਡੀ ਇਨੀਸ਼ੀਅਲ ਵੈਲੋਸਿਟੀ ਕੀ ਆ, 10 ਮੀਟਰ ਪਰ ਸੈਕਿੰਡ ਆ। ਫਿਰ ਉਹਨੇ 2 ਨੰਬਰ ਤੇ ਕੀ ਦੇ ਦਿੱਤਾ, ਐਕਸਲਰੇਸ਼ਨ ਦੀ ਗਈ ਆ। ਐਕਸਲਰੇਸ਼ਨ ਕਿੰਨੀ ਆ, 0.5 ਮੀਟਰ ਪਰ ਸੈਕਿੰਡ²। ਇਹ ਗੱਲ ਯਾਦ ਰੱਖਣਾ ਕਿ ਜਿਹੜੀ ਵੈਲੋਸਿਟੀ ਜਾਂ ਸਪੀਡ ਆ ਉਹਦਾ ਯੂਨਿਟ ਕੀ ਆ, ਮੀਟਰ ਪਰ ਸੈਕਿੰਡ ਆ, ਤੇ ਐਕਸਲਰੇਸ਼ਨ ਦਾ ਕੀ ਆ, ਮੀਟਰ ਪਰ ਸੈਕਿੰਡ² ਆ। ਤੁਸੀਂ ਇਹਨੂੰ ਇਦਾਂ ਵੀ ਲਿਖ ਸਕਦੇ ਜੋ, ਇਹਨੂੰ ms-1। ਜੇਕਰ ਪਰ -1 ਪਾਵਰ ਪਾਓਗੇ ਤੇ ਫਿਰ ਇਹ ਜਿਹੜੀ ਸਲੈਸ਼ ਆ ਇਹਨੂੰ ਨਹੀਂ ਯੂਜ਼ ਕਰਨਾ। ਸੋ ਸਾਨੂੰ ਇਸ ਨੂਮੈਰੀਕਲ ਦੇ ਵਿੱਚ ਹੋਰ ਕੀ ਗਿਵਨ ਆ, ਇੱਕ ਟਾਈਮ ਗਿਵਨ ਆ, t = 10 ਸੈਕਿੰਡ। ਤੇ ਸਾਨੂੰ ਪੁੱਛਿਆ ਕੀ ਗਿਆ ਵਾ, ਵੈਲੋਸਿਟੀ ਪੁੱਛੀ ਗਈ ਆ। ਹੁਣ ਦੇਖੋ ਇਸ ਨੂਮੈਰੀਕਲ ਨੂੰ ਦੇਖਣ ਤੋਂ ਹੀ ਪਤਾ ਲੱਗਦਾ ਵਾ ਕਿ ਐਕਸਲਰੇਸ਼ਨ ਦੀ ਗੱਲ ਹੋ ਰਹੀ ਆ। ਜੇਕਰ ਐਕਸਲਰੇਸ਼ਨ ਗਿਵਨ ਆ ਇਹਦਾ ਮਤਲਬ ਵੈਲੋਸਿਟੀ ਕੀ ਆ, ਬਦਲੇਗੀ। ਹੁਣ ਸਾਡੇ ਕੋਲੋਂ ਇਹ ਕੀ ਆ, 3 ਫਾਰਮੂਲੇ ਆ। ਅਸੀਂ ਇਹਨਾਂ ਤਿੰਨਾਂ ਫਾਰਮੂਲਿਆਂ ਦੇ ਵਿੱਚੋਂ ਸੋਚਣਾ ਵਾ ਕਿ ਇਹਦੇ ਵਿੱਚ ਸਭ ਤੋਂ ਜਿਹੜਾ ਉਪਯੁਕਤ ਫਾਰਮੂਲਾ ਵਾ, ਸੁਟੇਬਲ ਫਾਰਮੂਲਾ ਵਾ, ਉਹ ਕਿਹੜਾ ਵਾ। ਅਸੀਂ ਪਹਿਲਾ ਫਾਰਮੂਲਾ ਚੈੱਕ ਕਰਦੇ ਹਾਂ। ਪਹਿਲੇ ਫਾਰਮੂਲੇ ਦੇ ਵਿੱਚ ਕੀ ਆ, ਅਸੀਂ ਵੈਲੋਸਿਟੀ ਕੱਢਣੀ ਆ। ਠੀਕ ਆ, ਸਾਡਾ ਯੋਗ ਫਾਰਮੂਲਾ ਹੈ। ਇਨੀਸ਼ੀਅਲ ਵੈਲੋਸਿਟੀ ਦਿੱਤੀ ਹੈ, ਐਕਸਲਰੇਸ਼ਨ ਦਿੱਤੀ ਹੈ, ਟਾਈਮ ਦਿੱਤਾ ਹੈ। ਇਹਦਾ ਮਤਲਬ ਸਾਡਾ ਪਹਿਲੇ ਫਾਰਮੂਲੇ ਦੇ ਨਾਲ ਹੀ ਇਹ ਕੀ ਆ, ਨੂਮੈਰੀਕਲ ਹੱਲ ਹੋ ਜਾਂਦਾ। ਹੁਣ ਜਦੋਂ ਵੀ ਤੁਸੀਂ ਇਸ ਨੂਮੈਰੀਕਲ ਦੇ ਵਿੱਚ ਫਾਰਮੂਲੇ ਨੂੰ ਇੰਟਰੋਡਿਊਸ ਕਰਨਾ ਵਾ ਤਾਂ ਤੁਸੀਂ ਇੱਥੇ ਲਿਖੋਗੇ ਵੀ ਨੋ, ਕਿ ਤੁਸੀਂ ਜਾਣਦੇ ਜੋ, ਕੀ ਜਾਣਦੇ ਜੋ, v = u + at ਹੁੰਦਾ ਵਾ। ਤੇ ਹੁਣ ਇਸ ਨੂਮੈਰੀਕਲ ਨੂੰ ਸੋਲਵ ਕਰੋਗੇ, ਸਾਨੂੰ ਕੀ ਗਿਵਨ ਆ ਇਹਦੇ ਵਿੱਚ, ਸਾਨੂੰ ਗਿਵਨ ਆ u, a ਤੇ t। ਅਸੀਂ ਲਿਖਾਂਗੇ v = u ਕੀ ਆ, 10 ਪਲੱਸ ਅੱਗੇ ਕੀ ਆਏਗਾ, ਇਹ ਵਾਲਾ ਪਲੱਸ, ਇੱਥੇ ਐਕਸਲਰੇਸ਼ਨ ਕਿੰਨੀ ਆ, 0.5 ਇਨਟੂ ਟਾਈਮ ਕਿੰਨਾ ਹੈ, ਟਾਈਮ 10 ਹੈ। ਹੁਣ ਇਹਨੂੰ ਸੋਲਵ ਕਰਦੇ ਆ। ਵੈਲੋਸਿਟੀ ਕੀ ਆਏਗੀ, 10 ਜਮਾ 0.5 ਨੂੰ 10 ਨਾਲ ਮਲਟੀਪਲਾਈ ਕਰੋਗੇ ਤੇ ਕੀ ਹੋ ਜਾਏਗਾ, 5 ਹੀ ਰਹਿ ਜਾਏਗਾ। मैं एक स्टैप बता देना, इनू आपां की लिख सकते हैं 5/10 तो इधर की लिख सकते हैं 10 लिख सकते हैं। तो सानू पता है कि ये 10 तो ये 10 किया कैंसल हो जाएगा। हुण वेलोसिटी कितनी आ गई, सानू पता 10 + 5 15, वेलोसिटी आ गई 15 मीटर
पर सैकेंड, ये साडा की आ जवाब आ। सो असी इस न्यूमेरिकल दे विच दो चीज़ां वाल खास ध्यान दिता। एक तो पहले नंबर ते देखा कि यूनिट सिस्टम सेम आ कि सारे जां ते सारे SI यूनिट होण जां सारे CGS यूनिट होण। ते जेकर इदां नहीं आ, किते विच SI यूनिट दिता, कुछ CGS यूनिट दे विच दिता, असी पहलां की करांगे, कन्वर्जन करांगे उहदी। जिवें मैं इत्थे दिता हुंदा 10 किलोमीटर पर सैकेंड, ते असी सब तो पहलां की करना सी, इस 10 किलोमीटर पर सैकेंड नूं मीटर पर सैकेंड च बदलना सी, ते फिर ये न्यूमेरिकल दे विच असी यूज़ करना सी। देख लो इत्थे जवाब आया V = 15 मीटर पर सैकेंड। ਅਸੀਂ ਨੈਕਸਟ ਨੂਮੈਰੀਕਲ ਦੇਖਦੇ ਹਾਂ। ਇਹ ਕਾਰ ਸਟਾਰਟ ਫਰੋਮ ਰੈਸਟ, ਇੱਕ ਕਾਰ ਕੀ ਆ ਰੈਸਟ ਤੋਂ ਸਟਾਰਟ ਹੋਈ ਆ, ਐਂਡ ਅਟੇਨ ਇਹ ਵੈਲੋਸਿਟੀ 15 मीटर पर सेकेंड in 5 सेकेंड। फाइंड एक्सेलरेशन। सानू इस न्यूमेरिकल दे विच की दिता वा कि एक कार जिहड़ी आ वो रैसट तो स्टार्ट हुई आ, मतलब वो 0 स्पीड तो स्टार्ट हुई आ, ते उन्हें बाद विच वेलोसिटी कितनी लै लई 15 मीटर पर सैकेंड उहदी वेलोसिटी हो गई। किन्ने चिर च हो गई आ 5 सैकेंड च। ये इदां हो गया कि जिवें असीं कहीए कि एक कार इत्थों स्टार्ट हुई आ, हुण इहदा U भी 0 वा ते टाइम भी 0 वा। हुण बाद विच 5 सैकेंड बाद देखिया कि इहदी वेलोसिटी कितनी हो गई आ, वेलोसिटी हो गई 15 मीटर पर सैकेंड, ते टाइम कितना बीत गया, टाइम बीत गया 5 सैकेंड। ਹੁਣ ਸਾਨੂੰ ਐਕਸਲਰੇਸ਼ਨ ਪਤਾ ਕਰਨ ਲਈ ਕਿਹਾ ਗਿਆ ਵਾ। ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਜੋ ਸਾਡੇ ਕੋਲੋਂ ਗਿਵਨ ਆ ਅਸੀਂ ਇੱਥੇ ਲਿਖ ਲਵਾਂਗੇ। ਜਦੋਂ ਵੀ ਇਹ ਗੱਲ ਹੋਏਗੀ ਕਿ ਬੋਡੀ ਰੈਸਟ ਤੋਂ ਸਟਾਰਟ ਹੋਈ ਆ ਤਾਂ ਤੁਸੀਂ ਇਨੀਸ਼ੀਅਲ ਵੈਲੋਸਿਟੀ ਕਿੰਨੀ ਲੈਣੀ ਆ, 0 ਲੈਣੀ ਆ। ਸੋ ਅਸੀਂ ਇਨੀਸ਼ੀਅਲ ਵੈਲੋਸਿਟੀ U = 0 ਮੀਟਰ ਪਰ ਸੈਕਿੰਡ, ਤੇ ਫਾਈਨਲ ਵੈਲੋਸਿਟੀ ਕਿੰਨੀ ਦਿੱਤੀ ਆ 15 मीटर पर ਸੈਕਿੰਡ, ਤੇ ਸਾਨੂੰ ਟਾਈਮ ਕਿੰਨਾ ਦਿੱਤਾ ਏ, टाइम दिता है 5 सैकेंड। तो असी पता की करना है, एक्सलरेशन पता करने। हुण देखो फिर असी इन्हां फार्मूलिਆਂ वाल देखांगे कि किहड़ा फार्मूला सब तो सैट बैठदा वा। मैं नीचों शुरू करदा वां। नीचों देखो जेकर मैं यह फार्मूला लावां, मैनूं V भी दिता वा, U भी दिता वा, 2 ते कॉन्स्टेंट आ, एक्सलरेशन इहदे विच पता करनी आ, ते S भी सानूं नहीं दिता। यह फार्मूला इत्थे नहीं लगेगा। क्यों नहीं लगेगा? क्योंकि इस फार्मूले दे विच दो चीज़ां सानू नहीं पता। वो दो चीज़ां किहड़ियां वा, ना तो सानू A पता वा, ना सानू S पता वा। असी इहदे मुताबिक सोचना वा कि इहदे मुताबिक उस फार्मूले दे विच सानू की नहीं पता। तो असी आ जो न्यूमेरिकल ने गिवन डाटा दिता है उहदे मुताबिक सानू पता लगा कि जेकर आ फार्मूला लाउणा होवे तो A भी गैब आ ते S भी गैब आ, क्योंकि इत्थे A भी नहीं हैगा ते S भी नहीं हैगा। इस करके की आ A वाला फार्मूला नहीं लगना। हुण जेकर दूसरे फार्मूले वाल जाइए, दूसरे फार्मूले दे विच भी इदां ही आ। दूसरे फार्मूले दे विच S भी चाहीदा वा ते A भी चाहीदा वा, दो चीज़ां अननोन आ। मैथेमैटिक्स का रूल आ कि जेकर तुहाडे कोलों एक इक्वेशन होवे ते उहदे विच दो चीज़ां अननोन होण ते तुसीं पता नहीं कर सकदे। हुण जेकर मैं तुहानूं कहां देखो 7x + 5y = 2 आ, तो मैं तुहानूं कहां कि x ते y की वैल्यू पता करो, तो तुसीं इस इक्वेशन तो x ते y की वैल्यू नहीं पता कर सकते। तुहानूं x ते y नूं हल करन वास्ते की चाहिदा वा, एक इक्वेशन होर चाहीदी आ। ते जेकर मैं इदां लिखदा 3x + y = 1, हुण तुसीं इन्हां नूं सॉल्व कर सकते जो। मेरे कहण दा मतलब आ कि इत्थे दो अननोन आ x ते y। जेकर एक इक्वेशन दे विच दो अननोन होणगे तो उन्हां नूं सॉल्व करन वास्ते की आ, दो इक्वेशनां चाहीदियां वा। जिवें मैं इत्थे लिखां कि 7x + 2 = 0। हुण मैं तुहानूं कहां कि x की वैल्यू पता करो, तो तुसीं की करोगे, तुसीं करना x = -2/7, x की वैल्यू निकल आएगी। हुण इत्थे की सी, इत्थे अननोन किन्ने सी, सिर्फ इक्को सी। जेकर अननोन इक्को ही आ तो सानूं इक्को इक्वेशन चाहिदी आ उहनूं सॉल्व करन वास्ते। इत्थे असीं देख चुके हां। हुण असी देख लिया कि पहले दो फार्मूलिਆਂ ਦੇ ਵਿੱਚ दो चीज़ां चाहिदियां सानू सॉल्व करने वास्ते। S दोनों ਦੇ ਵਿੱਚ चाहिदा, जबकि इत्थे S बारे कोई जानकारी नहीं आ। सो साडे कोलों बच्चा है पहला फार्मूला, यही फार्मूला इत्थे लगेगा। देखो असी लिखांगे वी नो, फिर फार्मूला की है V = U + 80। असी पता की करना वा, A पता करना वा। आपां इस फार्मूले नूं इदां लिख लैंदे आ, A इधर कल्ला ही रहन दिंदे आ
v ਮਾਈਨਸ u ਬਟਾ t। ਅਸੀਂ ਇਹਨੂੰ ਇਦਾਂ ਵੀ ਲਿਖ ਸਕਦੇ ਹਾਂ, ਆਪਾਂ ਮਿਟਾ ਲੈਂਦੇ ਹਾਂ। ਹੁਣ ਅਸੀਂ ਇਹਨੂੰ ਸੋਲਵ ਕਰਾਂਗੇ, ਵੈਲਿਊਜ਼ ਪੁੱਟ ਅਪ ਕਰਾਂਗੇ, ਐਕਸਲਰੇਸ਼ਨ ਪਤਾ ਕਰਨੀ ਆ। v ਕਿੰਨਾ ਦਿੱਤਾ ਵਾ, v 15, u ਕਿੰਨਾ ਦਿੱਤਾ, 0 ਦਿੱਤਾ, ਤੇ ਟਾਈਮ ਕਿੰਨਾ ਦਿੱਤਾ, 5 ਸੈਕਿੰਡ। ਨੀਚੇ ਟਾਈਮ ਦੇ ਨਾਲ ਡਿਵਾਈਡ ਕਰ ਦਾਂਗੇ ਤੇ ਸਾਨੂੰ ਪਤਾ 15 ਮਾਈਨਸ 0 15, 15 ਬਟਾ 5 ਕੀ ਆ ਜਾਏਗਾ, 3 ਆ ਜਾਏਗਾ। ਤੇ ਐਕਸਲਰੇਸ਼ਨ ਕਿੰਨੀ ਹੋ ਗਈ, 3 ਮੀਟਰ ਪਰ ਸੈਕਿੰਡ ਸਕੁਅਰ। ਇਸ ਤਰੀਕੇ ਨਾਲ ਕੀ ਆ, ਅਸੀਂ ਇਸ ਨਿਊਮੈਰੀਕਲ ਨੂੰ ਹੱਲ ਕਰ ਲਿਆ। ਸਾਡੇ ਕੋਲੋਂ ਐਕਸਲਰੇਸ਼ਨ ਕਿੰਨੀ ਆਈ ਆ, 3 ਮੀਟਰ ਪਰ ਸੈਕਿੰਡ ਸਕੁਅਰ। ਹੁਣ ਅਸੀਂ ਨੈਕਸਟ ਨਿਊਮੈਰੀਕਲ ਦੇਖਦੇ ਹਾਂ। ਜਿਵੇਂ ਕਿ ਸਾਡੇ ਕੋਲੋਂ ਕੋਈ ਕੁਐਸਚਨ ਆ, ਇਹ ਬੱਸ ਇਜ਼ ਮੂਵਿੰਗ with 72 kilometer per hour on apply brakes. It comes into rest in 5 seconds and find acceleration and distance covered by bus। ਹੁਣ ਇਹ ਸਥਿਤੀ ਇਦਾਂ ਦੀ ਆ ਕਿ ਇੱਕ ਬੱਸ ਜਾ ਰਹੀ ਆ। ਅਸੀਂ ਇੱਥੇ ਪ੍ਰੈਕਟੀਕਲੀ ਸੋਚਦੇ ਹਾਂ ਕਿ ਇੱਕ ਬੱਸ ਜਾ ਰਹੀ ਆ ਇੱਥੇ, ਤੇ ਇਹਦੀ ਸਪੀਡ ਕਿੰਨੀ ਆ, ਸਾਨੂੰ ਪਤਾ ਇਹਦੀ ਇਨੀਸ਼ੀਅਲ ਸਪੀਡ ਦੇਤੀ ਆ ਸਾਨੂੰ 72 ਕਿਲੋਮੀਟਰ ਪਰ ਆਵਰ। ਇੰਨੀ ਸਪੀਡ ਦੇਤੀ ਆ ਤੇ ਇਹਨੇ ਇਸ ਸਪੀਡ ਨਾਲ ਜਾ ਰਹੀ ਆ, ਇਹਨੇ ਬ੍ਰੇਕ ਲਗਾਈ ਆ। ਮੰਨ ਲਓ ਇੱਥੇ ਇਹਨੂੰ ਬ੍ਰੇਕ ਲੱਗ ਗਈ। ਜਦੋਂ ਵੀ ਅਸੀਂ ਇਹ ਗੱਲ ਕਰਨੀ ਆ ਕਿ ਕਿਸੇ ਬੋਡੀ ਨੇ ਬ੍ਰੇਕ ਲਗਾਈ ਆ, ਉਦੋਂ ਫਾਈਨਲ ਵੈਲੋਸਿਟੀ ਕੀ ਲੈਣੀ ਆ, 0 ਲੈਣੀ ਆ, ਕਿਉਂਕਿ ਬ੍ਰੇਕ ਲੱਗਣ ਤੇ ਬੋਡੀ ਨੇ ਰੁਕ ਜਾਣਾ ਵਾ। ਫਾਈਨਲ ਵੈਲੋਸਿਟੀ ਕੀ ਆ, 0 ਆ। ਅਸੀਂ ਇੱਥੇ ਕੀ ਲਵਾਂਗੇ, ਫਾਈਨਲ ਵੈਲੋਸਿਟੀ 0 ਆ ਸਾਡੇ ਕੋਲੋਂ। ਹੁਣ ਮੰਨ ਲਓ ਇਹ ਇਦਾਂ ਹੋਇਆ ਕਿ 72 ਕਿਲੋਮੀਟਰ ਪਰ ਆਵਰ ਦੇ ਨਾਲ ਇੱਕ ਗੱਡੀ ਜਾ ਰਹੀ ਆ। ਉਹਨੇ ਅੱਗੇ ਕੁਝ ਦੇਖਿਆ ਤੇ ਉਹਨੇ ਬ੍ਰੇਕ ਲਾਈ, ਤੇ ਬ੍ਰੇਕ ਲਗਾਉਣ ਤੇ 5 ਸਕਿੰਟਾਂ ਦੇ ਵਿੱਚ ਕੀ ਆ, ਬੋਡੀ ਰੁਕ ਗਈ। ਇਹਨੇ ਟਾਈਮ ਕਿੰਨਾ ਲਿਆ, ਸਾਨੂੰ ਪਤਾ 5 ਸੈਕਿੰਡ। ਹੁਣ ਸਾਨੂੰ ਕੀ ਪੁੱਛਿਆ ਗਿਆ ਵਾ, ਪੁੱਛਿਆ ਇਹ ਗਿਆ ਵਾ ਕਿ ਐਕਸਲਰੇਸ਼ਨ ਕੀ ਆ। ਇੱਥੇ ਕੀ ਆ, ਬੋਡੀ ਦੀ ਵੈਲੋਸਿਟੀ ਜ਼ਿਆਦਾ ਹੈ, ਬਾਅਦ ਵਿੱਚ ਵੈਲੋਸਿਟੀ ਘਟ ਜਾਣੀ ਆ। ਇਹਦਾ ਮਤਲਬ ਐਕਸਲਰੇਸ਼ਨ ਨੈਗੇਟਿਵ ਬਣਨੀ ਆ। ਨੈਗੇਟਿਵ ਐਕਸਲਰੇਸ਼ਨ ਨੂੰ ਕੀ ਬੋਲਦੇ ਆ, ਰਿਟਾਰਡੇਸ਼ਨ ਬੋਲਦੇ ਆ। ਦੂਜਾ ਇਹਨੇ ਪੁੱਛਿਆ ਕਿ ਜਦੋਂ ਇਹ ਬੋਡੀ 72 ਕਿਲੋਮੀਟਰ ਪਰ ਆਵਰ ਨਾਲ ਜਾ ਰਹੀ ਆ ਤੇ ਇੱਥੇ ਰੁਕ ਗਈ ਆ, ਮਤਲਬ ਇਹਨੇ 5 ਸੈਕਿੰਡ ਦੇ ਵਿੱਚ ਇਹ ਕਿੰਨੀ ਡਿਸਟੈਂਸ ਕਰ ਲਈ ਆ। ਮਤਲਬ ਕਿ ਜਦੋਂ ਬ੍ਰੇਕ ਲਾਈ 5 ਸਕਿੰਟਾਂ ਬਾਅਦ ਰੁਕ ਗਈ ਤੇ ਇਹ ਹੌਲੀ ਹੌਲੀ ਅੱਗੇ ਗਈ ਹੋਏਗੀ ਤੇ 5 ਸਕਿੰਟਾਂ ਦੇ ਵਿੱਚ ਕੁਝ ਇਹਨੇ ਡਿਸਟੈਂਸ ਕਵਰ ਕਰ ਲਈ ਹੋਏਗੀ। ਸਾਨੂੰ ਉਹ ਵੀ ਡਿਸਟੈਂਸ ਪੁੱਛੀ ਗਈ ਆ। ਸਭ ਤੋਂ ਪਹਿਲਾਂ ਸਾਡਾ ਉਹੀ ਮੈਥਡ ਹੋਏਗਾ ਕਿ ਜੋ ਗਿਵਨ ਡਾਟਾ ਵਾ ਉਹਨੂੰ ਲਿਖ ਲੈਂਦੇ ਆ। ਤੇ ਸਾਡੇ ਕੋਲੋਂ ਗਿਵਨ ਡਾਟਾ ਕੀ ਆ, ਯੂ ਕਿੰਨਾ ਦਿੱਤਾ ਵਾ, 72 ਕਿਲੋਮੀਟਰ ਪਰ ਆਵਰ। ਹੁਣ ਦੇਖੋ ਇੱਥੇ ਸਾਨੂੰ ਕੀ ਆ, ਇਹ ਕਿਲੋਮੀਟਰ ਪਰ ਆਵਰ ਦੇ ਵਿੱਚ ਦੇ ਦਿੱਤਾ ਵਾ, ਤੇ ਅਸੀਂ ਇਹਨੂੰ ਕੀ ਕਰਦੇ ਆ, ਮੀਟਰ ਪਰ ਸੈਕਿੰਡ 'ਚ ਬਦਲ ਲੈਂਦੇ ਆ। ਤੇ 72 ਕਿਲੋਮੀਟਰ ਦੇ ਵਿੱਚ ਕਿੰਨੇ ਮੀਟਰ ਹੁੰਦੇ ਆ, ਸਾਨੂੰ ਪਤਾ 72 ਕਿਲੋਮੀਟਰ ਦੇ ਵਿੱਚ 1000 ਨਾਲ ਗੁਣਾ ਕਰਾਂਗੇ ਤੇ ਆਵਰ, ਇੱਥੇ ਆਵਰ ਲਿਖਿਆ ਵਾ। ਆਵਰ ਦੇ ਵਿੱਚ ਕਿੰਨੇ ਸੈਕਿੰਡ ਹੁੰਦੇ ਆ, ਸਾਨੂੰ ਪਤਾ ਹੈ 3600 ਸਕਿੰਟ ਹੁੰਦੇ ਆ 1 ਘੰਟੇ ਦੇ ਵਿੱਚ। ਸੋ ਅਸੀਂ ਇਹਨੂੰ ਸੋਲਵ ਕਰੀਏ ਤੇ ਸਾਨੂੰ ਪਤਾ ਹੈ ਕਿ ਇੱਥੇ ਕੈਂਸਲ ਆਊਟ ਹੋਏਗਾ। ਇਹ ਜੋ 2 ਜ਼ੀਰੋਆਂ ਕੈਂਸਲ ਆਊਟ ਹੋ ਜਾਣਗੀਆਂ ਤੇ ਇਹ 36 ਨੂੰ ਮਲਟੀਪਲਾਈ ਕਰਾਂਗੇ 2 ਦੇ ਨਾਲ ਤੇ 72 ਹੁੰਦਾ ਏ। ਤੇ ਸਾਡੇ ਕੋਲੋਂ ਬਚਿਆ ਕੀ, ਸਾਡੇ ਕੋਲੋਂ ਬਚਿਆ 20 ਮੀਟਰ ਪਰ ਸੈਕਿੰਡ। ਅਸੀਂ ਇਹਨੂੰ ਕੀ ਕੀਤਾ, ਕਨਵਰਟ ਕਰ ਲਿਆ ਯੂਨਿਟ ਨੂੰ। ਦੇਖੋ ਜਿਵੇਂ ਅਸੀਂ ਕਹਿੰਦੇ ਆ ਇੱਕ, ਇਹਦਾ ਮਤਲਬ ਕੀ ਆ, ਇਹਦਾ ਮਤਲਬ ਆ ਕਿ 1 ਆਵਰ ਦੇ ਵਿੱਚ ਕਿੰਨੇ ਕਿਲੋਮੀਟਰ ਤੈਅ ਕੀਤੇ, 72 ਕਿਲੋਮੀਟਰ ਤੈਅ ਕੀਤੇ। 1 ਆਵਰ ਦੇ ਵਿੱਚ ਕਿੰਨੇ ਸੈਕਿੰਡ ਆ, ਸਾਨੂੰ ਪਤਾ 3600 ਸੈਕਿੰਡ ਆ। ਆਪਾਂ ਇਦਾਂ ਲਿਖ ਲੈਂਦੇ ਆ 1 ਆਵਰ ਨੂੰ 3600 ਸੈਕਿੰਡ, ਇੱਧਰ ਲਿਖ ਲੈਂਦੇ ਆ 72 ਕਿਲੋਮੀਟਰ ਵਾ, ਇਹਨੂੰ ਮੀਟਰ 'ਚ ਬਦਲ ਲੈਂਦੇ ਆ। ਮੀਟਰ 'ਚ ਬਦਲਣ ਵਾਸਤੇ ਇਹਦੇ ਨਾਲ 3 ਜ਼ੀਰੋਆਂ ਲਾਉਣੀਆਂ ਪੈਣੀਆਂ। ਹੁਣ ਮੈਂ ਇੱਥੇ ਕੀ ਲਗਾ ਲੈਣਾ, ਮੀਟਰ ਲਗਾ ਲੈਣਾ ਤੇ ਕਹਿੰਦਾ ਕਿ 1 ਸੈਕਿੰਡ ਦੇ ਵਿੱਚ ਕਿੰਨੀ ਦੂਰੀ ਤੈਅ ਕੀਤੀ ਆ। 1 ਸੈਕਿੰਡ 'ਚ, 1 ਸੈਕਿੰਡ 'ਚ ਮੈਂ ਕੀ ਕਰਾਂਗਾ, 72000 ਦੇ ਨੀਚੇ 3600 ਡਿਵਾਈਡ ਕਰਾਂਗਾ ਤੇ ਮੈਨੂੰ ਪਤਾ ਹੈ ਇਹ 2 ਜ਼ੀਰੋਆਂ ਕੱਟੀਆਂ ਗਈਆਂ ਤੇ 36 ਨੂੰ 2 ਨਾਲ ਮਲਟੀਪਲਾਈ ਕਰੀਏ ਤੇ 72 ਹੁੰਦਾ ਤੇ ਸਾਡੇ ਕੋਲੋਂ ਕੀ ਆ ਜਾਂਦਾ, 20। ਮਤਲਬ 1 ਸੈਕਿੰਡ ਦੇ ਵਿੱਚ ਕਿੰਨੇ ਮੀਟਰ ਹੋ ਗਏ, 20 ਮੀਟਰ ਹੋ ਗਏ।
ਹੁਣ ਜੇਕਰ ਬੋਡੀ 1 ਸੈਕਿੰਡ 'ਚ 20 ਮੀਟਰ ਤੈਅ ਕਰ ਰਹੀ ਆ ਤਾਂ ਉਹਦੀ ਵੈਲੋਸਿਟੀ ਕਿੰਨੀ ਆ 20 ਮੀਟਰ ਪਰ ਸੈਕਿੰਡ। ਆਪਾਂ ਉਹਨੂੰ ਇਦਾਂ ਲਿਖ ਲੈਂਦੇ ਆ 20 ਮੀਟਰ ਪਰ ਸੈਕਿੰਡ ਵੀ ਕਹਿ ਦਿੰਦੇ ਆ ਕਿ ਹਰੇਕ 20 ਮੀਟਰ ਪਰ ਸੈਕਿੰਡ ਦੇ ਵਿੱਚ ਕਵਰ ਹੋ ਰਹੇ ਆ। ਸੋ ਇਦਾਂ ਅਸੀਂ ਕੀ ਆ ਯੂਨਿਟ ਵੀ ਕਨਵਰਟ ਕਰ ਸਕਦੇ ਆ। ਸੋ ਇਹਨੂੰ ਦੇਖ ਲਓ, ਇਹਨੂੰ ਮੈਂ ਮਿਟਾ ਦਿੰਦਾ ਵਾਂ, ਆਪਾਂ ਉਸ ਨੂਮੈਰੀਕਲ ਨੂੰ ਅੱਗੇ ਵਧਾਈਏ। ट्वेंटी मीटर पर सैकेंड। सानू फाइनल वेलोसिटी कितनी दिती आ, सानू फाइनल वेलोसिटी दिती हुई आ 0 मीटर पर सैकेंड। टाइम कितना दिता वा 5 सैकेंड। तो पता कर ली क्या गया वा पहले नंबर ते एक्सलरेशन बारे पता कर ली क्या गया वा, दूजे नंबर ते डिस्टेंस कवर बाय द बॉडी। बेशक तुसी पहले नंबर ते डिस्टेंस कवर बाय द बॉडी लिख लो, इनू एस ना लिखते हैं, चाहे एक्सलरेशन दूसरे नंबर ते लिख लो, ਉਹ ਤੁਹਾਡਾ ਵੇ ਆ ਕਿ ਤੁਸੀਂ ਪਹਿਲੇ ਨੰਬਰ ਤੇ ਕੀ ਫਾਈਂਡ ਆਊਟ ਕਰਨਾ ਵਾ। ਹੁਣ ਅਸੀਂ ਇੱਧਰ ਦੇਖਦੇ ਹਾਂ ਕਿ ਇਹਦੇ ਵਿੱਚੋਂ ਕਿਹੜਾ ਫਾਰਮੂਲਾ ਲੱਗਦਾ ਹੈ। ਸਭ ਤੋਂ ਪਹਿਲਾਂ ਅਸੀਂ ਐਕਸਲਰੇਸ਼ਨ ਕਰਨੀ ਆ ਤੇ ਸਾਨੂੰ ਪਤਾ ਹੈ ਕਿ ਪਹਿਲਾ ਫਾਰਮੂਲਾ ਸਾਡੇ ਵਾਸਤੇ ਸਭ ਤੋਂ ਯੋਗ ਆ। ਜੇਕਰ ਅਸੀਂ ਪਹਿਲਾ ਫਾਰਮੂਲਾ ਲਗਾਵਾਂਗੇ, ਇੱਧਰ ਲਿਖਦੇ ਹਾਂ ਕਿ ਵੀ ਨੋ v is equal to u plus 80। ਐਕਸਲਰੇਸ਼ਨ ਕਰਨੀ ਆ, v ਵੀ ਸਾਡੇ ਕੋਲੋਂ ਹੈਗਾ, u भी हैगा, t भी हैगा। इनू आप इदा लिख लेने एक्सलरेशन, इनू आप इदा लिख लेने एक्सलरेशन इज इक्वल टू v माइनस u बटा t। हुण वैल्यूज़ भर दिंदे आ, v किन्नी आ 0 वा, u किन्ना वा असी 20 मीटर पर सैकेंड कढ़ लिया, असी 72 किलोमीटर पर आवर नूं 20 मीटर पर सैकेंड कढ़ लिया। 20 मीटर पर सैकेंड टाइम किन्ना दिता होया है 5 सैकेंड। ਹੁਣ 0 ਦੇ ਵਿੱਚੋਂ 20 ਘਟਾਈਏ ਤਾਂ ਸਾਨੂੰ ਪਤਾ ਕੀ ਆਉਣਾ -20/5। ਤੇ -20/5 ਕੀ ਆ ਸਾਡੇ ਕੋਲੋਂ -4 ਮੀਟਰ ਪਰ ਸੈਕਿੰਡ ਸਕੁਅਰ। 20 ਨੂੰ 5 ਨਾਲ ਡਿਵਾਈਡ ਕਰਾਂਗੇ ਤੇ ਸਾਨੂੰ ਪਤਾ 4 ਆਉਣਾ ਤੇ ਐਕਸਲਰੇਸ਼ਨ ਦਾ ਯੂਨਿਟ ਕੀ ਹੁੰਦਾ ਮੀਟਰ ਪਰ ਸੈਕਿੰਡ ਸਕੁਅਰ ਹੁੰਦਾ ਵਾ। ਸੋ ਸਾਡੇ ਕੋਲੋਂ ਐਕਸਲਰੇਸ਼ਨ ਕਿੰਨੀ ਆ ਗਈ, ਮੈਂ ਇੱਥੇ ਲਿਖ ਲੈਣਾ ਕਿ ਐਕਸਲਰੇਸ਼ਨ ਆ ਗਈ ਆ -4 ਮੀਟਰ ਪਰ ਸੈਕਿੰਡ ਸਕੁਅਰ। ਹੁਣ ਦੂਜੇ ਨੰਬਰ ਤੇ ਉਹਨੇ ਕਿਹਾ ਵਾ ਕਿ ਇਹਨਾਂ 5 ਸਕਿੰਟਾਂ ਦੇ ਵਿੱਚ ਬੋਡੀ ਨੇ ਕਿੰਨੀ ਡਿਸਟੈਂਸ ਤੈਅ ਕਰ ਲਈ ਆ। ਤੇ ਸਾਡੇ ਕੋਲੋਂ ਦੋ ਫਾਰਮੂਲੇ ਆ ਜਿਨ੍ਹਾਂ ਦੇ ਵਿੱਚ ਡਿਸਟੈਂਸ ਆਉਂਦੀ ਆ ਐਸ, ਇੱਕ ਉੱਪਰ ਵਾ ਇੱਕ ਨੀਚੇ ਆ। ਅਸੀਂ ਇਹਦੇ ਚੋਂ ਕਿਹੜਾ ਫਾਰਮੂਲਾ ਲਗਾ ਸਕਦੇ ਆ, ਐਸ ਪਤਾ ਕਰਨਾ, ਯੂ ਵੀ ਪਤਾ ਸਾਨੂੰ, ਟੀ ਵੀ ਪਤਾ, ਏ ਵੀ ਪਤਾ, ਇਹ ਫਾਰਮੂਲਾ ਲੱਗ ਜਾਏਗਾ ਕਿਉਂਕਿ ਇਹਦੇ ਵਿੱਚ ਜਿਹੜੀਆਂ ਅਗਲੀਆਂ ਚੀਜ਼ਾਂ ਵਾ ਉਹ ਸਾਰੀਆਂ ਸਾਨੂੰ ਪਤਾ ਵਾ। ਯੂ ਬਾਰੇ ਵੀ ਪਤਾ ਵਾ, ਟਾਈਮ ਬਾਰੇ ਵੀ ਪਤਾ ਵਾ, 1/2 ਤੇ ਅੰਕ ਆ, ਐਕਸਲਰੇਸ਼ਨ ਬਾਰੇ ਪਤਾ ਵਾ, ਟਾਈਮ ਬਾਰੇ ਵੀ ਪਤਾ ਵਾ। ਅਸੀਂ ਇਹ ਵਾਲਾ ਫਾਰਮੂਲਾ ਲਗਾਉਂਦੇ ਆ, ਅਸੀਂ ਲਿਖਦੇ ਆ ਵੀ ਨੋ ਸਾਡੇ ਕੋਲੋਂ S is equal to ut plus half 80 ਸਕੁਅਰ। ਡਿਸਟੈਂਸ ਪਤਾ ਕਰਨੀ ਹੈ। ਹੁਣ ਅਸੀਂ ਇਹਨੂੰ ਸੋਲਵ ਕਰਦੇ ਆ। ਸਾਡੇ ਕੋਲੋਂ S ਪਤਾ ਕਰਨਾ ਹੈ, u ਕਿੰਨਾ ਹੈ ਸਾਡੇ ਕੋਲੋਂ 20 ਹੈ, ਟਾਈਮ ਕਿੰਨਾ ਹੈ 5 ਆ, ਇੱਥੇ ਦਿੱਤਾ ਹੋਇਆ ਹੈ, ਅੱਗੇ ਜਮਾ 1/2। ਐਕਸਲਰੇਸ਼ਨ ਅਸੀਂ ਹੁਣੇ ਕੱਢੀ ਆ -4 ਤੇ ਟਾਈਮ 5 ਦਾ ਸਕੁਅਰ ਫਾਰਮੂਲਾ ਹੈ। ਹੁਣ ਸੋਲਵ ਕਰੋ, 20 ਨੂੰ 5 ਨਾਲ ਗੁਣਾ ਕੀਤਾ, ਮਲਟੀਪਲਾਈ ਕੀਤਾ ਤੇ 100 ਜਮਾ 1/2। ਹੁਣ ਦੇਖੋ 1/2 -4 ਗੁਣਾ 5, ਅਸੀਂ ਇਹਨੂੰ 2 ਨੂੰ ਇਹਦੇ ਨਾਲ ਕੀ ਆ ਕੱਟ ਦਿੰਦੇ ਆ, ਇਹ ਕੀ ਆ ਜਾਏਗਾ 2 ਆ ਜਾਏਗਾ। ਹੁਣ ਇੱਥੇ ਕੀ ਰਹਿ ਗਿਆ, ਇੱਥੇ -2 ਰਹਿ ਗਿਆ, ਠੀਕ ਆ। ਇੱਥੇ 5 ਦਾ ਸਕੁਅਰ ਆ 25 ਆਏਗਾ, 25 ਨੂੰ -2 ਦੇ ਨਾਲ ਗੁਣਾ ਕਰਾਂਗੇ ਤੇ 50 ਆਏਗਾ ਤੇ ਅਸੀਂ ਇੱਥੇ ਕੀ ਲਿਖ ਲੈਂਦੇ ਆ -50। ਹੁਣ 100 ਦੇ ਵਿੱਚੋਂ 50 ਘਟਾਵਾਂਗੇ ਤੇ ਕੀ ਆਏਗਾ 50 ਹੀ ਆਏਗਾ ਤੇ ਸਾਨੂੰ ਪਤਾ ਲੱਗ ਗਿਆ ਕਿ S ਕਿੰਨਾ ਆਇਆ, S 50 ਮੀਟਰ। ਸਾਡੇ ਕੋਲੋਂ ਇਹ ਜਵਾਬ ਆਇਆ। ਦੋ ਚੀਜ਼ਾਂ ਪਤਾ ਕਰਨ ਲਈ ਕਿਹਾ ਗਿਆ ਸੀ, ਐਕਸਲਰੇਸ਼ਨ ਪਤਾ ਕਰਨ ਲਈ ਕਿਹਾ ਸੀ ਤੇ S ਪਤਾ ਕਰਨ ਲਈ ਕਿਹਾ ਸੀ, ਡਿਸਟੈਂਸ ਪਤਾ ਕਰਨ ਲਈ ਕਿਹਾ ਸੀ। ਸਾਡੇ ਕੋਲੋਂ ਇਹ ਜਵਾਬ ਆਇਆ 50। ਹੁਣ ਅਸੀਂ ਨੈਕਸਟ ਨੂਮੈਰੀਕਲ ਦੇਖਦੇ ਹਾਂ। ਜਿਵੇਂ ਕਿ ਸਾਡੇ ਕੋਲੋਂ ਸਟੇਟਮੈਂਟ ਆ, ਇਹ ਟ੍ਰੇਨ ਇਜ਼ ਮੂਵਿੰਗ ਵਿਦ 90 ਕਿਲੋਮੀਟਰ ਪਰ ਆਵਰ
on applying brakes, its retardation is 1.25 meter per second square. At what distance driver should applying brakes to stop the train at station? ਇਹਦੇ ਵਿੱਚ ਇਹ ਕਿਹਾ ਗਿਆ ਵਾ ਕਿ ਇੱਕ ਟ੍ਰੇਨ ਜਿਹੜੀ ਆ ਉਹ 90 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਜਾ ਰਹੀ ਆ ਤੇ ਹੁਣ ਕੀ ਆ ਉਸ ਟ੍ਰੇਨ ਨੇ ਸਟੇਸ਼ਨ ਤੇ ਰੁਕਣਾ ਵਾ ਤੇ ਡਰਾਈਵਰ ਨੇ ਬ੍ਰੇਕ ਅਪਲਾਈ ਕਰਤੀ ਆ ਤੇ ਬ੍ਰੇਕ ਅਪਲਾਈ ਕਰਨ ਤੇ ਕੀ ਹੋਣਾ ਵਾ ਸਪੀਡ ਘਟਣੀ ਆ ਮਤਲਬ ਸਪੀਡ ਦਾ ਚੇਂਜ ਹੋਣਾ ਵਾ ਤੇ ਜਦੋਂ ਸਪੀਡ ਘਟਣੀ ਆ ਤੇ ਉਦੋਂ ਅਸੀਂ ਐਕਸਲਰੇਸ਼ਨ ਨੂੰ ਕੀ ਬੋਲਦੇ ਆ ਰਿਟਾਰਡੇਸ਼ਨ ਬੋਲਦੇ ਆ ਜਿਵੇਂ ਕਿ ਅਸੀਂ ਕਹਿੰਦੇ ਆ ਕਿ ਨੈਗੇਟਿਵ ਐਕਸਲਰੇਸ਼ਨ ਕੀ ਹੁੰਦੀ ਆ ਰਿਟਾਰਡੇਸ਼ਨ ਹੁੰਦੀ ਆ ਤੇ ਉਹਨੇ ਕਿਹਾ ਕਿ ਉਹਨੇ ਬ੍ਰੇਕ ਲਗਾਈ 90 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਜਾ ਰਹੀ ਸੀ ਉਹਨੇ ਬ੍ਰੇਕ ਲਗਾਈ ਤੇ ਬ੍ਰੇਕ ਲਗਾਉਣ ਤੇ ਸਪੀਡ ਘਟਣੀ ਸ਼ੁਰੂ ਹੋ ਗਈ ਮਤਲਬ ਰਿਟਾਰਡੇਸ਼ਨ ਕਿੰਨੀ ਹੋ ਗਈ 1.25 ਮੀਟਰ ਪਰ ਸੈਕਿੰਡ ਸਕੁਅਰ ਇਹਦਾ ਮਤਲਬ ਆ ਕਿ ਹਰ 1 ਸੈਕਿੰਡ ਦੇ ਵਿੱਚ ਉਹਦੀ ਸਪੀਡ ਕਿੰਨੀ ਘਟਣੀ ਸ਼ੁਰੂ ਹੋ ਗਈ ਆ 1.25 ਹਰ ਸੈਕਿੰਡ ਦੇ ਵਿੱਚ ਕਿਉਂਕਿ ਉਹਨੇ ਬ੍ਰੇਕ ਲਗਾਤੀ ਆ ਹੁਣ ਉਹਨੇ ਕਿਹਾ ਵਾ ਕਿ ਡਰਾਈਵਰ ਕਿੰਨੀ ਦੂਰ ਪਹਿਲਾਂ ਬ੍ਰੇਕ ਲਗਾਵੇ ਸੋ ਦੈਟ ਕਿ ਉਹ ਸਟੇਸ਼ਨ ਤੇ ਰੁਕ ਜਾਵੇ ਹੁਣ ਅਸੀਂ ਸਭ ਤੋਂ ਪਹਿਲਾਂ ਲਿਖਦੇ ਹਾਂ ਕਿ ਸਾਨੂੰ ਗਿਵਨ ਕੀ ਦਿੱਤਾ ਹੋਇਆ ਹੈ ਸਾਨੂੰ ਗਿਵਨ ਦਿੱਤਾ ਹੋਇਆ ਹੈ ਇਨੀਸ਼ੀਅਲ ਸਪੀਡ 90 ਕਿਲੋਮੀਟਰ ਪਰ ਆਵਰ ਅਸੀਂ ਉਸੇ ਤਰੀਕੇ ਨਾਲ 90 ਕਿਲੋਮੀਟਰ ਪਰ ਆਵਰ ਨੂੰ ਮੀਟਰ ਪਰ ਸੈਕਿੰਡ 'ਚ ਬਦਲ ਲਾਂਗੇ ਅਸੀਂ ਕੀ ਕਰਾਂਗੇ 90 ਦੇ ਨਾਲ 3 ਜ਼ੀਰੋਆਂ ਲਗਾ ਦਾਂਗੇ ਤੇ ਨੀਚੇ 3600 ਦੇ ਨਾਲ ਡਿਵਾਈਡ ਕਰ ਦਾਂਗੇ ਹੁਣ ਅਸੀਂ ਇਹਨੂੰ ਮੀਟਰ ਪਰ ਸੈਕਿੰਡ ਹੁਣ ਸਾਡੇ ਕੋਲੋਂ ਰਿਟਾਰਡੇਸ਼ਨ ਦਾ ਮਤਲਬ ਕੀ ਆ ਰਿਟਾਰਡੇਸ਼ਨ ਦਾ ਮਤਲਬ ਆ ਨੈਗੇਟਿਵ ਐਕਸਲਰੇਸ਼ਨ ਅਸੀਂ ਇੱਥੇ ਲਿਖਦੇ ਆ ਐਕਸਲਰੇਸ਼ਨ ਕਿੰਨੀ ਦਿੱਤੀ ਆ -1.25 ਮੀਟਰ ਪਰ ਸੈਕਿੰਡ ਸਕੁਅਰ ਇੱਥੇ ਸ਼ਬਦ ਯੂਜ਼ ਕੀਤਾ ਵਾ ਉਹਨੇ ਰਿਟਾਰਡੇਸ਼ਨ ਦਾ ਮਤਲਬ ਆ ਐਕਸਲਰੇਸ਼ਨ ਨੈਗੇਟਿਵ ਮੈਂ ਇੱਥੇ ਐਕਸਲਰੇਸ਼ਨ ਕਰਕੇ ਜੋ ਵੈਲਿਊਜ਼ ਇੱਥੇ ਦਿੱਤੀ ਆ ਉਹਨੂੰ ਨੈਗੇਟਿਵ ਕਰ ਲਿਆ ਹੁਣ ਉਹਨੇ ਕੀ ਆ ਇਸ ਟ੍ਰੇਨ ਨੂੰ ਰੋਕਣਾ ਵਾ ਇਹਦਾ ਮਤਲਬ ਫਾਈਨਲ ਵੈਲੋਸਿਟੀ ਕਿੰਨੀ ਆ 0 ਵਾ ਤੇ ਸਾਨੂੰ ਪਤਾ ਕਰਨ ਲਈ ਕੀ ਕਿਹਾ ਵਾ ਐਸ ਪਤਾ ਕਰਨ ਲਈ ਕਿਹਾ ਵਾ ਕਿ ਉਹ ਕਿੰਨੀ ਡਿਸਟੈਂਸ ਪਹਿਲਾਂ ਬ੍ਰੇਕ ਅਪਲਾਈ ਕਰਨੀ ਸ਼ੁਰੂ ਕਰੇ ਕਿ ਸੋ ਦੈਟ ਜਿਹੜੀ ਆ ਟ੍ਰੇਨ ਸਟੇਸ਼ਨ ਤੇ ਰੁਕ ਜੇ ਹੁਣ ਐਸ ਅਸੀਂ ਪਤਾ ਕਰਨਾ ਇਧਰੋਂ ਦੇਖੀਏ ਕਿਹੜਾ ਫਾਰਮੂਲਾ ਵਾ ਨੀਚੇ ਵਾਲਾ ਫਾਰਮੂਲਾ ਦੇਖੋ ਬਿਲਕੁਲ ਸਹੀ ਫਾਰਮੂਲਾ ਇਹਦੇ ਵਾਸਤੇ ਕਿਉਂਕਿ v ਵੀ ਗਿਵਨ ਆ u ਵੀ ਗਿਵਨ ਆ 2 ਵੀ ਗਿਵਨ ਆ a ਵੀ ਗਿਵਨ ਆ s ਪਤਾ ਕਰਨਾ ਇੱਕੋ ਚੀਜ਼ ਹੀ ਸਾਡੇ ਕੋਲੋਂ ਕੀ ਆ ਅਨਨੋਨ ਆ ਹੁਣ ਅਸੀਂ ਕੀ ਕਰਦੇ ਆ ਇਹਨੂੰ ਸੋਲਵ ਕਰਦੇ ਆ ਅਸੀਂ ਉਸੇ ਤਰੀਕੇ ਨਾਲ ਲਿਖਣਾ we know v minus u square is equal to 2as ਜਦੋਂ ਮੈਂ ਕੋਈ ਫਾਰਮੂਲਾ ਇੰਟਰੋਡਿਊਸ ਕਰਨਾ ਨਾ ਉੱਥੇ we know ਜ਼ਰੂਰ ਲਿਖ ਦਿਓ ਇਹ ਵੈਲਿਊਜ਼ ਭਰਾਂਗੇ 0 ਸਕੁਅਰ ਮਾਈਨਸ v ਦੀ ਵੈਲਿਊ ਫਾਈਨਲ ਵੈਲੋਸਿਟੀ 0 ਆ ਕਿਉਂਕਿ ਬ੍ਰੇਕ ਲਗਾਈ ਆ u ਕਿੰਨਾ ਵਾ ਸਾਡੇ ਕੋਲੋਂ 25 ਆ ਸਕੁਅਰ ਫਾਰਮੂਲੇ ਦਾ ਵਾ ਮੈਂ ਲਗਾਤੇ 2 ਐਕਸਲਰੇਸ਼ਨ ਕਿੰਨੀ ਆ ਨੈਗੇਟਿਵ ਆ ਇੱਥੇ ਲਿਖ ਲੈਂਦੇ ਆ 1.25 ਨੈਗੇਟਿਵ ਦੇ ਵਿੱਚ ਤੇ s ਅਸੀਂ ਕੀ ਕਰਨਾ ਵਾ ਪਤਾ ਕਰਨਾ ਵਾ ਹੁਣ 0 ਦਾ ਸਕੁਅਰ ਕੀ ਆ 0 ਦਾ ਸਕੁਅਰ ਤੇ 0 ਹੀ ਆ 25 ਦਾ ਸਕੁਅਰ ਕੀ ਆਏਗਾ 625 ਆਏਗਾ ਤੁਸੀਂ ਕਰਕੇ ਦੇਖ ਸਕਦੇ ਜੋ ਮੈਨੂੰ ਲਗਾ ਲਿਆ -625 ਹੁਣ ਦੇਖੋ ਇਹ ਮਾਈਨਸ ਬਾਹਰ ਆ ਇਹ ਇੱਥੇ ਲੱਗਾ ਰਹੇਗਾ 25 ਦਾ ਸਕੁਅਰ 625 ਅੱਗੇ ਆ ਗਿਆ ਹੁਣ ਇਹ ਇੱਧਰ ਕੀ ਆ ਗੁਣਾ ਹੋ ਰਹੇ ਆ 1.25 ਨਾਲ 2 ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੋਂ ਕੀ ਆਏਗਾ 2.5 ਆਏਗਾ 2.5 ਨੈਗੇਟਿਵ ਦੇ ਵਿੱਚ ਤੇ ਨਾਲ ਕੀ ਆਏਗਾ ਅੱਗੇ ਆਏਗਾ ਸਾਡੇ ਕੋਲੋਂ ਇਹ ਵਾਲਾ s ਮਤਲਬ ਜਿਹੜੀ ਡਿਸਟੈਂਸ ਅਸੀਂ ਪਤਾ ਕਰਨੀ ਆ s ਸੋ ਇਹ 5 ਆ ਤੇ ਇਹ s ਆ ਤੇ ਹੁਣ ਜੇਕਰ ਇਹਨੂੰ ਸੋਲਵ ਕਰਨਾ ਹੋਵੇ ਤਾਂ ਅਸੀਂ ਕੀ ਲਿਖ ਸਕਦੇ ਹਾਂ s ਇਜ਼ ਇਕੁਅਲ ਟੂ -625 ਬਟਾ -2.5 ਤੇ ਮਾਈਨਸ ਦੇ ਨਾਲ ਮਾਈਨਸ ਕੱਟੇ ਗਏ ਤੇ 625 ਨੂੰ ਅਸੀਂ 2.5 ਦੇ ਨਾਲ ਡਿਵਾਈਡ ਕਰ ਦਾਂਗੇ ਤੇ ਇਹਦੇ ਡਿਵਾਈਡ ਕਰਨ ਤੇ ਸਾਨੂੰ ਪਤਾ ਲੱਗਦਾ ਹੈ ਕਿ ਕਿੰਨਾ ਜਵਾਬ ਆਉਂਦਾ ਹੈ 250 ਮੀਟਰ ਜੇਕਰ ਇੰਨੀ ਰਿਟਾਰਡੇਸ਼ਨ ਹੋਏਗੀ ਤਾਂ ਇਸ ਟ੍ਰੇਨ ਨੂੰ 250 ਮੀਟਰ ਪਹਿਲਾਂ ਬ੍ਰੇਕ ਲਾਉਣੀ ਸਟਾਰਟ ਕਰਨੀ ਪਏਗੀ ਤਾਂ ਜੋ ਕੀ ਆ ਉਹ ਪਲੇਟਫਾਰਮ ਦੇ ਉੱਪਰ ਰੁਕ ਜਾਵੇ ਸੋ ਸਾਡੇ ਕੋਲ ਜਵਾਬ ਆਇਆ s ਇਜ਼ ਇਕੁਅਲ ਟੂ 250 ਮੀਟਰ ਹੁਣ ਦੇਖੋ ਆਪਾਂ ਇਹਦੇ ਵਿੱਚੋਂ ਕੁਝ ਨਿਊਮੈਰੀਕਲ ਕੀਤੇ ਆ ਆਪਾਂ ਇਹਨਾਂ ਸਾਰੇ ਫਾਰਮੂਲਿਆਂ ਦੀ ਟਾਈਪ ਲਗਭਗ ਕਰ ਚੁੱਕੇ ਆ ਤੁਸੀਂ ਜਿਹੜੇ ਬਾਕੀ ਐਕਸਰਸਾਈਜ਼ ਦੇ ਵਿੱਚ ਕੁਐਸਚਨ ਆ ਉਹਨਾਂ ਨੂੰ ਟਰਾਈ ਕਰੋ ਤੁਹਾਡੇ ਕੋਲੋਂ ਆਸਾਨੀ ਨਾਲ ਹੋ ਜਾਣਗੇ ਤੇ ਸਭ ਤੋਂ ਪਹਿਲਾਂ ਕਿਸੇ ਵੀ ਨਿਊਮੈਰੀਕਲ ਨੂੰ ਸੋਲਵ ਕਰਨ ਲੱਗਿਆਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੁਸੀਂ ਕੀ ਕਰੋ
कि सब तो पहला गिवन डाटा लिख लो कि जो गिवन दिता है, फिर देखो कि यूनिट सारिਆਂ ਦੇ सेम आ, जिवें इत्थे किलोमीटर पर आवर सी, एक्सलरेशन मीटर पर सैकेंड च, मैं की कीता इनू किलोमीटर पर आवर नू मीटर पर सैकेंड च बदल लिया। मैं इनू भी बदल सकदा सी, मैं इनू किलोमीटर पर आवर च बदल लैंदा तो तां भी मेरा काम चल जाना सी, मेरा जवाब जिहड़ा वा वो किलोमीटर च आ जाना सी। मैं की कीता इनू किलोमीटर पर आवर नू मीटर पर सैकेंड च बदलिया, अगे भी मीटर पर सैकेंड सी, यूनिट सेम हो गए। हुण उहदे मुताबिक मैं फिर फार्मूला इंट्रोड्यूस किया तो जवाब कढ़ता। हुण असीं इस तो बाद च देखदे हां सर्कुलर मोशन। देखो सर्कुलर मोशन की हुंदा वा, जदों बॉडी सर्कुलर पाथ दे विच ट्रैवल करदी आ ते उस मोशन नूं असीं की बोलदे आ, सर्कुलर मोशन बोलदे आ। जिवें कि मान लो साडे कोलों की आ एक ग्राउंड आ ते इस ग्राउंड दे विच एक बंदा मूव कर रहा है, सर्कुलरली मूव कर रहा है, मतलब सर्कुलर पाथ दे विच मूव कर रहा है। असीं उहनूं की बोलदे आ, असीं बोलदे आ कि ये मोशन सर्कुलर मोशन आ। तो इस सर्कुलर मोशन दे विच जेकर बंदा कॉन्सटेंट स्पीड दे नाल मूव करी जा रहा है, मतलब कि आ कि इक्वल डिस्टेंस इक्वल समय दे विच तय करी जा रहा है, तो असी की बोलते हैं इनू, असी बोलते हैं कि यूनीफॉर्म मोशन आ। मेरे कहने का मतलब आ कि जेकर इस घूमण वाली बॉडी की किते भी स्पीड चैक की तो असी मान लिया कि 2 मीटर पर सैकेंड आ, हर जगह पर 2 मीटर पर सैकेंड आ, तो असी इनू की कवांगे, ये आ यूनीफॉर्म सर्कुलर मोशन आ कि इहदे विच बॉडी की स्पीड नहीं बदलती। हुण देखो ये सर्कुलर मोशन जिहड़ा है ये बड़ा ब्रॉड टॉपिक है, इहदे विच काफ़ी चीज़ां साडियां डिस्कस करन वालियां ने, पर अजे असीं इस क्लास दे विच इहदियां बेसिक चीज़ां ही सिखांगे। सो असीं देख लिया कि जेकर बॉडी सेम डिस्टेंस सेम समय च तय करी जा रही है तो वह की आ सर्कुलर मोशन आ। पर एक गल इत्थे ध्यान रखो कि जेकर बॉडी की स्पीड नहीं बदल रही, मतलब ਉਹਦੇ ਚ नो चेंज आ, ਤੇ ਕੀ ਉਹਦੀ ਵੈਲੋਸਿਟੀ ਬਦਲ ਰਹੀ ਆ। मैं ये कह रहा हाँ कि एक बंदा इत्थों 2 मीटर पर सैकेंड के नाल दौड़ी जा रहा वा, तो ਉਹਦੀ स्पीड कितनी आ 2 मीटर पर सैकेंड आ, हर जगह पर कितनी आ 2 मीटर पर सैकेंड आ, तो ਉਹਦੀ स्पीड ਦੇ ਵਿੱਚ कोई बदलाव नहीं आया। पर ਕੀ ਉਹਦੀ ਵੈਲੋਸਿਟੀ चेंज हो रही आ, सानू पता है कि ਉਹਦੀ ਵੈਲੋਸਿਟੀ चेंज हो रही है। किवें चेंज हो रही आ, क्योंकि वैलोसिटी कोलों 2 चीज़ां वा, एक मैगनीट्यूड आ जिन्हों असीं की कहने आ स्पीड। मैं इत्थे लिख लेना कि इहदे कोलों एक वैक्टर क्वांटिटी आ, इहदे कोलों 2 चीज़ां वा, एक मैगनीट्यूड वा, मैगनीट्यूड नूं असीं की बोल दिंदे आ स्पीड, मतलब ते दूजी डायरैक्शन। जेकर तुसीं स्पीड दे नाल डायरैक्शन भी जोड़ दो ना तो वैलोसिटी बन जाती आ। तो जां असीं इदां कह दईए कि वैलोसिटी कोलों 2 चीज़ां वा, एक मैगनीट्यूड आ ते एक डायरैक्शन आ। हुण इस केस दे विच आपां क्वेश्चन कीता कि वैलोसिटी बदल रही आ, जेकर उहदा मैगनीट्यूड नहीं बदल रहा, असीं देखिया कि उहदा मैगनीट्यूड 2 मीटर पर सैकेंड ही आ, पर उहदी डायरैक्शन बदल रही आ, क्योंकि जदों भी वो इस सर्कुलर पाथ दे विच घूम रहा वा ते उहदी डायरैक्शन की आ हर पल बदल रही आ। तो जेकर मैं कहां कि इस जगह ते उहदी कितनी डायरैक्शन आ, इस जगह ते सानू पता है कि जो घूमदा होया इस जगह ते आएगा तो उहदा फेस किधर होएगा, उहदा फेस इधर होएगा, उहदी डायरैक्शन इधर नूं मन्नी जाएगी। जो बॉडी इत्थे आ तो उहदी डायरैक्शन इधर नूं मन्नी जाएगी, टेंजेंट लाइन खिंचांगे। जेकर बॉडी की डायरैक्शन इत्थे पता करनी होवे तो इत्थे असीं की आ टेंजेंट लाइन खिंचांगे। तो सानू पता है कि सर्कुलर मोशन दे विच डायरैक्शन लगातार बदल रही आ, तो इहदा मतलब इहदे विच जिहड़ी वैलोसिटी आ वो की आ वेरीएबल आ, डायरैक्शन बदलन करके की आ वेरीएबल आ। तो जदों भी वैलोसिटी बदलती आ तो असीं उहनूं की बोलते हैं एक्सीलरेटेड मोशन बोलते हैं। तो सानू पता लग गया कि ये की आ एक्सीलरेटेड मोशन आ, मतलब जिहड़ा सर्कुलर मोशन आ साडे कोलों जिहड़ा सर्कुलर मोशन आ वो की आ उहदे विच वैलोसिटी भी वेरीएबल आ ते मोशन भी किहड़ा वा एक्सीलरेटेड आ। सो हुण देखो इहदे विच साडे कोलों जिहड़े अदर पैरामीटर आ असीं ओह कैलकुलेट करदे हां, जिवें असीं कहांगे कि इहदे विच वैलोसिटी कितनी आ जां डिस्टेंस डिसप्लेसमेंट कितनी कवर कीती आ, उहदे बारे सिखांगे कि उहदे फार्मूले की बनदे ने। सो पहलां असीं इहनूं मिटा दिंदे हां तां जो असीं इहदे फार्मूले ड्राइव कर सकीए। जेकर मैं एक सर्कुलर पाथ लवां तो मैं कहां कि एक बॉडी इत्थों टाइम t इज़ इक्वल टू 0 तो स्टार्ट हुई तो वह कुछ समय बाद बॉडी कित्थे पहुंच गई, ट्रैवल करके इत्थे पहुंच गई।
ਤੇ ਅਸੀਂ ਕਿਹਾ ਕਿ ਕਿੰਨੀ ਡਿਸਟੈਂਸ ਤੈਅ ਕੀਤੀ ਗਈ, ਤੇ ਅਸੀਂ ਇਹ ਵਾਲੀ ਡਿਸਟੈਂਸ ਦੋ ਤਰੀਕੇ ਨਾਲ ਨੋਟ ਕਰ ਸਕਦੇ ਹਾਂ। ਇੱਕ ਅਸੀਂ ਗੱਲ ਕਰਨੀ ਆ ਲੀਨੀਅਰ ਡਿਸਟੈਂਸ, ਇੱਕ ਐਂਗੂਲਰ ਡਿਸਟੈਂਸ। ਹੁਣ ਦੇਖੋ ਸਰਕੂਲਰ ਮੋਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਵੈਲੋਸਿਟੀ ਨੂੰ ਕੀ ਬੋਲਦੇ ਹਾਂ, ਐਂਗੂਲਰ ਵੈਲੋਸਿਟੀ ਬੋਲਦੇ ਹਾਂ, ਤੇ ਡਿਸਟੈਂਸ ਡਿਸਪਲੇਸਮੈਂਟ ਨੂੰ ਕੀ ਬੋਲਦੇ ਹਾਂ, ਐਂਗੂਲਰ ਡਿਸਟੈਂਸ ਜਾਂ ਐਂਗੂਲਰ ਡਿਸਪਲੇਸਮੈਂਟ ਬੋਲਦੇ ਹਾਂ। ਮਤਲਬ ਸਰਕੂਲਰ ਦੇ ਵਿੱਚ ਅਸੀਂ ਐਂਗੂਲਰ ਵਰਡ ਅੱਗੇ ਲਗਾ ਦਿੰਦੇ ਹਾਂ, ਤੇ ਇਹਦੇ ਵਿੱਚ ਦੋ ਤਰ੍ਹਾਂ ਦੀ ਵੈਲੋਸਿਟੀ ਬਣੇਗੀ, ਇੱਕ ਬਣੇਗੀ ਲੀਨੀਅਰ ਵੈਲੋਸਿਟੀ ਤੇ ਇੱਕ ਬਣੇਗੀ ਐਂਗੂਲਰ ਵੈਲੋਸਿਟੀ। ਹੁਣ ਦੇਖੋ ਐਂਗੂਲਰ ਡਿਸਪਲੇਸਮੈਂਟ ਕੀ ਚੀਜ਼ ਆ, ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ। ਐਂਗੂਲਰ ਡਿਸਪਲੇਸਮੈਂਟ ਆ ਇਹ ਐਂਗਲ ਥੀਟਾ। ਐਂਗੂਲਰ ਡਿਸਪਲੇਸਮੈਂਟ ਐਂਗਲ ਦੇ ਵਿੱਚ ਮਾਪੀ ਜਾਂਦੀ ਆ ਕਿ ਉਸ ਬੋਡੀ ਨੇ ਸਰਕੂਲਰਲੀ ਕਿੰਨਾ ਐਂਗਲ ਮੂਵ ਕਰ ਲਿਆ ਵਾ। ਤੇ ਜੇਕਰ ਇਸ ਬੋਡੀ ਨੇ ਇਸ A ਤੋਂ ਸ਼ੁਰੂ ਹੋ ਕੇ B ਤੱਕ ਪਹੁੰਚੀ ਆ ਤੇ ਇਹਨੇ ਐਂਗਲ ਨੋਟ ਕੀਤਾ ਤੇ ਇਹਨੇ ਐਂਗਲ ਬਣਾਇਆ ਥੀਟਾ, ਤੇ ਆਪਾਂ ਇਹ ਥੀਟਾ ਕੀ ਆ, ਇਹ ਥੀਟਾ ਵਾ ਐਂਗੂਲਰ ਡਿਸਪਲੇਸਮੈਂਟ। ਇਹ ਕਾਦੇ ਵਿੱਚ ਮਾਪੀ ਜਾਂਦੀ ਆ, ਥੀਟਾ ਦੇ ਵਿੱਚ ਮਾਪੀ ਜਾਂਦੀ ਆ ਕਿ ਬੋਡੀ ਨੇ ਕਿੰਨਾ ਐਂਗਲ ਕਵਰ ਕਰ ਲਿਆ। ਤੇ ਜੇ ਮੈਂ ਕਹਾਂ ਕਿ ਇੱਕ ਬੋਡੀ ਨੇ A ਤੋਂ ਸ਼ੁਰੂ ਹੋ ਕੇ ਵਾਪਸ ਫਿਰ A ਤੇ ਆ ਗਈ, ਉਹਨੇ ਪੂਰਾ ਚੱਕਰ ਕਰ ਲਿਆ, ਤੇ ਅਸੀਂ ਇਹਨੂੰ ਕੀ ਕਵਾਂਗੇ, ਉਹਨੇ 360 ਡਿਗਰੀ ਐਂਗੂਲਰ ਡਿਸਪਲੇਸਮੈਂਟ ਕਵਰ ਕੀਤੀ ਆ। ਪਰ ਜੇ ਮੈਂ ਗੱਲ ਕਰਾਂ ਲੀਨੀਅਰ ਡਿਸਪਲੇਸਮੈਂਟ ਦੀ, ਕਿ ਲੀਨੀਅਰ ਡਿਸਟੈਂਸ ਜਾਂ ਲੀਨੀਅਰ ਡਿਸਪਲੇਸਮੈਂਟ ਕਿੰਨੀ ਆ, ਉਹ ਕਿੰਨੀ ਆ, ਉਹ ਇੰਨੀ ਆ ਕਿ ਇਹ ਬੋਡੀ ਨੇ ਇੱਥੋਂ ਇੱਥੇ ਕਿੰਨੀ ਡਿਸਟੈਂਸ ਤੈਅ ਕੀਤੀ। ਆਹ ਵਾਲੀ ਆਰਕ ਦੀ ਲੈਂਥ ਦੇਖਾਂਗੇ, ਮੰਨ ਲਓ ਇਸ ਆਰਕ ਦੀ ਲੈਂਥ ਹੈਗੀ ਆ S, ਤੇ ਮੈਂ ਇਹਨੂੰ ਲਿਖਾਂਗਾ ਇਹ ਕੀ ਆ, S ਆ। ਹੁਣ ਦੇਖੋ ਇਹਨੂੰ ਅਸੀਂ ਕੀ ਬੋਲਦੇ ਆ, ਰੇਡੀਅਸ ਬੋਲਦੇ ਆ, ਇਹਨੂੰ ਵੀ ਬੋਲਦੇ ਆ ਰੇਡੀਅਸ। ਤੇ ਸਾਨੂੰ ਮੈਥਮੈਟਿਕਲੀ ਫਾਰਮੂਲਾ ਪਤਾ ਹੈ ਕਿ ਆਰਕ ਅਪੋਨ ਰੇਡੀਅਸ ਕੀ ਹੁੰਦਾ ਹੈ, ਥੀਟਾ ਹੁੰਦਾ ਹੈ, ਤੇ ਇਹ ਵਾਲੀ ਆਰਕ ਅਪੋਨ ਰੇਡੀਅਸ ਥੀਟਾ, ਤੇ ਅਸੀਂ ਉਹ ਲਿਖ ਲੈਂਦੇ ਆ ਕਿ ਥੀਟਾ ਕੀ ਆ, ਆਰਕ ਅਪੋਨ ਰੇਡੀਅਸ। ਤੇ ਅਸੀਂ ਆਰਕ ਨੂੰ ਕੀ ਕਿਹਾ, S ਕਿਹਾ, ਤੇ ਰੇਡੀਅਸ R। ਇਹਦਾ ਮਤਲਬ ਸਾਡੇ ਕੋਲੋਂ ਇੱਕ ਰਿਲੇਸ਼ਨ ਬਣਿਆ ਥੀਟਾ ਇਜ਼ ਇਕੁਅਲ ਟੂ S ਬਟਾ R। ਇਹਨੂੰ ਮੈਂ 1 ਨੰਬਰ ਇਕੁਏਸ਼ਨ ਕਹਿ ਦਿੰਦਾ ਕਿ ਥੀਟਾ ਕਿਹਦੇ ਬਰਾਬਰ ਆ, S ਬਟਾ R। ਇਹ ਦੇਖੋ ਇਹ ਰਿਲੇਸ਼ਨ ਸਾਨੂੰ ਇਹ ਦੱਸਦਾ ਵਾ ਕਿ ਐਂਗੂਲਰ ਡਿਸਪਲੇਸਮੈਂਟ is equal to linear displacement upon radius। मतलब एंगुलर डिस्प्लेसमेंट ते लीनियर डिस्प्लेसमेंट ते रिलेशन करना होवे तो साडे कोलों आ वाला फार्मूला वा। असीं इहनूं किद्दां लिख सकदे हां, असीं इहनूं इदां भी लिख लैंदे हां कि थीटा आर इज इक्वल टू एस, मतलब लीनियर डिस्टेंस डिस्प्लेसमेंट इज इक्वल टू रेडियस ना गुणा करो एंगुलर डिस्प्लेसमेंट दी, ते साडे कोलों ए रिलेशन एक बन गया। असीं इहनूं पहला फार्मूला ही कवांगे, असीं इत्थे इहनूं सिर्फ रीअरेंज करके लिखिया वा। हुण देखो लीनियर डिस्टेंस की गल भी कर ली, लीनियर डिस्प्लेसमेंट की गल भी कर ली, तो इस तो अगली गल किहड़ी आउणी आ, वेलोसिटी की, कि लीनियर वेलोसिटी दसो ते एंगुलर वेलोसिटी दसो। हुण देखो जिहड़ी इहदे च एंगुलर वेलोसिटी आ ना 2 नंबर ते, एंगुलर वेलोसिटी वो किद्दां नोट करी दी आ, मतलब कि सर्कुलर मोशन च असीं वेलोसिटी नूं की बोलदे आ, एंगुलर वेलोसिटी बोलदे आ। ते वो किद्दां नोट करी दी आ, वो नोट करी दी आ साडे कोलों वेलोसिटी दा पहला ही फार्मूला वा डिस्टेंस डिस्प्लेसमेंट बटा टाइम, ते इत्थे की आ एंगुलर डिस्टेंस आ ते टाइम। ते एंगुलर डिस्टेंस कादे च हुंदी आ, सानू पता एंगुलर डिस्टेंस हुंदी आ थीटा दे विच टाइम, ते एंगुलर वेलोसिटी ओमेगा, इनू असी ओमेगा के साइन के नाल रिप्रजेंट करते हैं इस साइन नूं, ते इस ओमेगा का मतलब की आ एंगुलर वेलोसिटी। सर्कुलर मोशन च एंगुलर वेलोसिटी किवें कड्ढी दी आ कि बॉडी ने कितना एंगल ट्रेस कर लिया वा ते किन्ने समय च कर लिया वा। जिन्ना एंगल ट्रेस कर लेगा तो बटा समा कर दो की आ जाएगा, एंगुलर वेलोसिटी आ जाएगी। तो जे गल करिए लीनियर वेलोसिटी की, यह मैं 2 नंबर फार्मूला कह दिना, यह वाला लीनियर वेलोसिटी किवें कैलकुलेट करांगे, इहदे विच लीनियर वेलोसिटी लीनियर डिस्टेंस तो करांगे। लीनियर डिस्टेंस केड़ी आ, आर्क, आर्क की लेंथ होएगी, आर्क की लेंथ नूं आपां की लिखिया, एस लिखिया, ते टाइम लिखांगे। ते साडे कोलों लीनियर वेलोसिटी नूं की लिखदे आ, सर्कुलर मोशन च आपां लीनियर पैरामीटर भी कैलकुलेट कर सकते हैं तो एंगुलर भी कर सकते हैं। मेरे कहने का मतलब आ असी लीनियर वेलोसिटी भी कढ़ सकते हैं, एंगुलर वेलोसिटी भी कढ़ सकते हैं, लीनियर डिस्टेंस भी कढ़ सकते हैं, लीनियर डिस्प्लेसमेंट भी कढ़ सकते हैं। जे मैं कहां कि एक बॉडी ने पूरी डिस्टेंस कवर कर ली तो लीनियर डिस्टेंस कितनी बनी, इस सर्कल का सर्कमफ्रेंस बनया, वो की होएगा लीनियर डिस्टेंस। तो जे मैं कहां
ਐਂਗੂਲਰ ਡਿਸਟੈਂਸ ਕਿੰਨੀ ਕਵਰ ਕੀਤੀ ਆ, ਤਾਂ ਤੁਸੀਂ ਕੀ ਕਹੋਗੇ 360 ਡਿਗਰੀ, ਜਾਂ ਕੀ ਕਹੋਗੇ 2 ਪਾਈ ਰੇਡੀਅਨ, ਜਿਹੜਾ ਅਸੀਂ ਇੱਥੇ ਡਰਾਈਵ ਕੀਤਾ ਸੀ 2 ਪਾਈ ਰੇਡੀਅਨ ਡਿਸਟੈਂਸ ਕਵਰ ਕੀਤੀ ਆ। ਹੁਣ ਸਾਡੀ ਕੋਸ਼ਿਸ਼ ਇਹ ਆ ਕਿ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਪਤਾ ਕੀਤਾ ਜਾਵੇ ਕਿ ਮਤਲਬ ਐਂਗੂਲਰ ਵੈਲੋਸਿਟੀ ਦਾ ਲੀਨੀਅਰ ਵੈਲੋਸਿਟੀ ਦੇ ਨਾਲ ਕੀ ਰਿਲੇਸ਼ਨ ਆ। ਸਾਡੇ ਕੋਲੋਂ ਇਹ ਫਾਰਮੂਲਾ ਆ ਗਿਆ ਓਮੇਗਾ ਇਜ਼ ਇਕੁਅਲ ਟੂ ਥੀਟਾ ਬਟਾ ਟੀ, ਤੇ ਸਾਡੇ ਕੋਲੋਂ ਉੱਪਰ ਥੀਟਾ ਦੀ ਵੈਲਿਊ ਆ, ਅਸੀਂ ਥੀਟਾ ਦੀ ਵੈਲਿਊ ਐਸ ਬਟਾ ਆਰ ਭਰ ਦਿੰਦੇ ਆ ਇਹਦੇ ਵਿੱਚ 2 ਨੰਬਰ ਦੇ ਵਿੱਚ, ਪੁੱਟ ਥੀਟਾ ਇਜ਼ ਇਕੁਅਲ ਟੂ ਐਸ ਬਟਾ ਆਰ ਇਨ ਇਕੁਏਸ਼ਨ 2। ਜੇਕਰ ਇਕੁਏਸ਼ਨ 2 ਦੇ ਵਿੱਚ ਇਸ ਇਕੁਏਸ਼ਨ 'ਚ ਥੀਟਾ ਇਜ਼ ਇਕੁਅਲ ਟੂ ਐਸ ਬਟਾ ਆਰ ਭਰ ਦਈਏ ਤੇ ਓਮੇਗਾ ਕੀ ਬਣ ਜਾਂਦਾ ਏ, ਓਮੇਗਾ ਇਜ਼ ਇਕੁਅਲ ਟੂ ਥੀਟਾ ਦੀ ਜਗ੍ਹਾ ਤੇ ਐਸ ਬਟਾ ਆਰ ਟੀ, ਇਹ ਬਣ ਜਾਏਗਾ ਐਸ ਬਟਾ ਆਰ ਟੀ। ਤੇ ਸਾਨੂੰ ਪਤਾ ਕਿ ਐਸ ਬਟਾ ਟੀ ਕੀ ਹੁੰਦਾ, ਦੇਖੋ ਐਸ ਬਟਾ ਟੀ ਇਹ ਵਾਲਾ, ਐਸ ਬਟਾ ਟੀ 3 ਨੰਬਰ ਕਹਿ ਰਿਹਾ ਏ ਵੈਲੋਸਿਟੀ ਹੁੰਦੀ ਹੈ, ਤੇ ਅਸੀਂ ਕੀ ਲਿਖਾਂਗੇ ਇੱਥੇ ਓਮੇਗਾ ਇਜ਼ ਇਕੁਅਲ ਟੂ ਵੈਲੋਸਿਟੀ ਬਟਾ ਆਰ। ਮੇਰੇ ਕੋਲੋਂ ਇਹ ਰਿਲੇਸ਼ਨ ਬਣ ਗਿਆ। ਇਹ ਰਿਲੇਸ਼ਨ ਕਿਹਦਾ ਵਾ, ਲੀਨੀਅਰ ਵੈਲੋਸਿਟੀ ਤੇ ਐਂਗੂਲਰ ਵੈਲੋਸਿਟੀ ਦਾ, ਤੇ ਇੱਥੇ ਕੀ ਲਿਖ ਲਿਆ v ਇਜ਼ ਇਕੁਅਲ ਟੂ ਓਮੇਗਾ ਆਰ। ਹੁਣ ਦੇਖੋ ਮੇਰੇ ਕੋਲੋਂ 2 ਰਿਲੇਸ਼ਨ ਆਏ ਆ, ਇੱਕ ਰਿਲੇਸ਼ਨ ਇੱਥੇ ਆਇਆ ਵਾ ਲੀਨੀਅਰ ਡਿਸਟੈਂਸ ਕਿਹਦੇ ਬਰਾਬਰ ਆ, ਐਂਗੂਲਰ ਡਿਸਟੈਂਸ ਗੁਣਾ ਆਰ ਦੇ, ਤੇ ਇੱਥੇ ਲੀਨੀਅਰ ਵੈਲੋਸਿਟੀ ਕਿਹਦੇ ਬਰਾਬਰ ਆ, ਐਂਗੂਲਰ ਵੈਲੋਸਿਟੀ ਗੁਣਾ ਆਰ ਦੇ। ਮਤਲਬ ਜਿਹੜੀ ਐਂਗੂਲਰ ਟਰਮ ਆ ਨਾ ਉਹਨੂੰ ਰੇਡੀਅਸ ਨਾਲ ਗੁਣਾ ਕਰ ਦੋ ਤੇ ਉਹ ਕੀ ਬਣ ਜਾਂਦਾ, ਲੀਨੀਅਰ ਟਰਮ ਬਣ ਜਾਂਦੀ ਆ। ਇੱਥੇ ਵੀ ਐਂਗੂਲਰ ਵੈਲੋਸਿਟੀ ਨੂੰ ਰੇਡੀਅਸ ਨਾਲ ਗੁਣਾ ਕਰਤਾ ਤੇ ਲੀਨੀਅਰ ਵੈਲੋਸਿਟੀ ਬਣ ਗਈ, ਤੇ ਇੱਥੇ ਵੀ ਐਂਗੂਲਰ ਡਿਸਟੈਂਸ ਡਿਸਪਲੇਸਮੈਂਟ ਨੂੰ ਰੇਡੀਅਸ ਨਾਲ ਗੁਣਾ ਕਰਤਾ ਤੇ ਲੀਨੀਅਰ ਡਿਸਟੈਂਸ ਬਣ ਗਈ। ਇਹ ਸਾਡੇ ਕੋਲੋਂ ਕੁਝ ਫਾਰਮੂਲੇ ਤੇ ਰਿਲੇਸ਼ਨ ਆ ਸਰਕੂਲਰ ਮੋਸ਼ਨ ਦੇ, ਜਿਹੜੇ ਕਿ ਅਸੀਂ ਯਾਦ ਕਰਨੇ ਆ ਤੇ ਨਿਊਮੈਰੀਕਲਸ ਦੇ ਵਿੱਚ ਵੀ ਅਸੀਂ ਦੇਖਣੇ ਆ, ਸੋਲਵ ਕਰਨੇ ਆ। ਤੇ ਇੱਥੇ ਅਸੀਂ ਇੱਕ ਗੱਲ ਹੋਰ ਦੇਖ ਲੈਂਦੇ ਆ ਕਿ ਜਿਵੇਂ ਅਸੀਂ ਕਿਹਾ ਕਿ ਓਮੇਗਾ ਇਜ਼ ਇਕੁਅਲ ਟੂ ਥੀਟਾ ਅਪੋਨ ਟਾਈਮ। ਓਮੇਗਾ ਕੀ ਆ, ਐਂਗੂਲਰ ਵੈਲੋਸਿਟੀ, ਇਹਦਾ ਯੂਨਿਟ ਕੱਢ ਲੈਂਦੇ ਆ। ਥੀਟਾ ਕਾਹਦੇ 'ਚ ਦੇਖਣਾ ਹੈ, ਰੇਡੀਅਨ 'ਚ ਦੇਖਣਾ ਹੈ, ਤੇ ਟਾਈਮ ਸੈਕਿੰਡ ਦੇ ਵਿੱਚ ਦੇਖਣਾ ਹੈ। ਤੇ ਐਂਗੂਲਰ ਵੈਲੋਸਿਟੀ ਦਾ ਯੂਨਿਟ ਕੀ ਬਣਨਾ, ਰੇਡੀਅਨ ਪਰ ਸੈਕਿੰਡ। ਇਹਨੂੰ ਅਸੀਂ ਇਦਾਂ ਲਿਖ ਲੈਂਦੇ ਆ ਰੇਡੀਅਨ ਪਰ ਸੈਕਿੰਡ, ਜਾਂ ਤੁਸੀਂ ਇਦਾਂ ਲਿਖ ਲਓ ਜਾਂ ਇਦਾਂ ਲਿਖ ਲਓ, ਰੇਡੀਅਨ ਪਾ ਕੇ ਅੱਗੇ s-1 ਇਦਾਂ ਵੀ ਲਿਖ ਸਕਦੇ ਜੋ। ਸੋ ਇਹ ਸੀ ਸਾਡਾ ਸਰਕੂਲਰ ਮੋਸ਼ਨ। ਇਸ ਤੋਂ ਬਾਅਦ 'ਚ ਅਸੀਂ ਨੈਕਸਟ ਟੌਪਿਕ ਦੇਖਾਂਗੇ। ਮੈਂ ਆਸ ਕਰਦਾ ਕਿ ਤੁਸੀਂ ਇਹਦੇ ਥੋੜ੍ਹੇ ਜਿਹੇ ਨਿਊਮੈਰੀਕਲ ਕਰ ਲਓਗੇ, ਕਿਉਂਕਿ ਇਹਦੇ 'ਚ 2 ਕੀ ਫਾਰਮੂਲੇ ਆ, ਤੇ ਤੁਸੀਂ ਵਧੀਆ ਤਰੀਕੇ ਨਾਲ ਉਹਨੂੰ ਅਟੈਂਪਟ ਕਰ ਲਓਗੇ। ਹੁਣ ਅਸੀਂ ਨੈਕਸਟ ਕਲਾਸ 'ਚ ਮਿਲਾਂਗੇ।